ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰੂ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੈ ਆਖਦੇ ਹਾਂ। ਹਰ ਸੋਮਵਾਰ ਸਾਡੇ ਨਾਲ ਵੀਰ ਹਰਜੀਤ ਸਿੰਘ ਜੀ ਗੁਰਬਾਣੀ ਦੇ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਲੜੀਵਾਰ ਸਾਂਝੀ ਕਰ ਰਹੇ ਹਨ। ਵਿਚਕਾਰ ਇੱਕ ਦੋ ਹਫ਼ਤੇ ਥੋੜੀ ਜੋ ਬ੍ਰੇਕ ਆਈ ਹੈ, ਜਿੱਥੋਂ ਲੜੀ ਪਿੱਛੇ ਰੁਕੀ ਸੀ ਉੱਥੋਂ ਅੱਗੋਂ ਵੀਰ ਜੀ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਸਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਸੰਕੇਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸ਼ਬਦ ਐਸੇ ਹਨ ਜੋ ਸੰਕੇਤਕ ਤੌਰ ਤੇ ਸਾਡੇ ਨਾਲ ਸਾਂਝੇ ਕੀਤੇ ਗਏ ਹਨ। ਹਾਲਾਂਕਿ ਉਹਨਾਂ ਦੀ ਅਸਲੀਅਤ ਕੀ ਹੈ, ਕਿਸ ਤਰ੍ਹਾਂ ਹੈ, ਉਹ ਕਿਉਂ ਇਸਤੇਮਾਲ ਹੋਏ, ਉਹਦੇ ਪਿੱਛੇ ਇਸ ਸੰਕੇਤ ਕੋਸ਼ ਵਿੱਚੋਂ ਅਸੀਂ ਕੁਝ ਵਿਚਾਰਾਂ ਕਰ ਰਹੇ ਹਾਂ। ਦੱਦਾ ਅੱਖਰ ਦੀ ਵਿਚਾਰ ਅਸੀਂ ਪਿਛਲੇ ਜਦੋਂ ਵਿੱਚ ਲੜੀ ਛੱਡੀ ਹੈ, ਕਿਉਂਕਿ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਕੰਟੀਨਿਊਸਲੀ ਮੈਂ ਲਗਾਤਾਰ ਇਸ ਵਿਸ਼ੇ ਨੂੰ ਨਹੀਂ ਨਿਭਾ ਸਕਿਆ। ਆਪਣੇ ਪੰਜਾਬ ਯਾਤਰਾ ਦੇ ਦੌਰਾਨ ਵੀ ਛੁੱਟੀਆਂ ਹੋਈਆਂ, ਉਸ ਤੋਂ ਬਾਅਦ 2 ਹਫ਼ਤੇ ਇੱਕ ਦੇ ਫਲਾਈਟ ਵਿੱਚ, ਤੇ ਉਸ ਤੋਂ ਬਾਅਦ ਮੈਂ ਇੱਥੇ ਨਿਊਯਾਰਕ ਜਦੋਂ ਆਉਣਾ ਸੀ ਉਦੋਂ ਵੀ ਇਹ ਛੁੱਟੀ ਹੋਈ। ਤਾਂ ਅੱਜ ਅਸੀਂ ਉਸ ਤੋਂ ਅੱਗੇ ਵਿਚਾਰ ਸ਼ੁਰੂ ਕਰਦੇ ਹਾਂ। ਪਿੱਛੇ ਅਸੀਂ ਦੇਵਤਿਆਂ ਦੀ ਵਿਚਾਰ ਕੀਤੀ ਸੀ, ਦੁਰਵਾਸ਼ਾ ਦੇ ਰਿਸ਼ੀ ਤੱਕ। ਅੱਜ ਦੁਰਯੋਧਨ ਤੋਂ ਇਹ ਵਿਚਾਰ ਅੱਗੇ ਸ਼ੁਰੂ ਹੋਏਗੀ। ਦੁਰਯੋਧਨ ਬਾਰੇ ਬਹੁਤ ਸਾਰਿਆਂ ਨੂੰ ਤੁਹਾਡੇ ਜਾਣਕਾਰੀ ਹੈ, ਹਾਲਾਂਕਿ ਮੈਨੂੰ ਸਭ ਤੋਂ ਘੱਟ ਜਾਣਕਾਰੀ ਇਹਦੇ ਬਾਰੇ ਹੋਏਗੀ, ਕਿਉਂਕਿ ਮੈਂ ਇਹ ਗ੍ਰੰਥਾਂ ਦਾ ਬਹੁਤਾ ਅਧਿਐਨ ਨਹੀਂ ਕੀਤਾ। ਪਰ ਜੋ ਕੁਝ ਸਮਝ ਆਈ ਹੈ ਪੜ੍ਹ ਕੇ, ਇਹ ਚੰਦਰਬੰਸੀ ਰਾਜਾ ਧ੍ਰਿਤਰਾਸ਼ਟਰ ਦਾ ਵੱਡਾ ਪੁੱਤਰ ਸੀ, ਕੌਰਵਾਂ ਦਾ ਮੁਖੀ ਸੀ। ਇਹਨੇ ਪਾਂਡਵ ਭਰਾਵਾਂ ਦੇ ਨਾਲ ਬਹੁਤ ਅਨਿਆਂ ਕੀਤਾ। ਰਾਜ ਦਾ ਹਿੱਸਾ ਉਹਨਾਂ ਦਾ ਦਿੱਤਾ ਨਹੀਂ। ਰਾਜਾ ਪੰਡੂ ਦਾ ਤਪ ਕਰਨ ਜਾਣ ਦੇ ਜਦੋਂ ਉਹਨੇ ਤਪ ਕਰਨ ਜਾਣਾ ਸੀ ਤਾਂ ਰਾਜ ਦੀ ਬਾਗਡੋਰ ਇਹ ਧ੍ਰਿਤਰਾਸ਼ਟਰ ਦੇ ਕੋਲ ਲਈ। ਧ੍ਰਿਤਰਾਸ਼ਟਰ ਦੀ ਕਿਉਂਕਿ ਨਜ਼ਰ ਨਹੀਂ ਸੀ, ਅੱਖਾਂ ਤੋਂ ਦੇਖ ਅੰਨਾ ਸੀ, ਉਹਦਾ ਸਾਰਾ ਕੰਮ ਦੁਰਯੋਧਨ ਦੇ ਹੱਥ ਵਿੱਚ ਸੀ। ਰਾਜੇ ਦੀ ਮੌਤ ਤੋਂ ਬਾਅਦ ਕੁੰਤੀ ਆਪਣੇ 5 ਪੁੱਤਰਾਂ ਨੂੰ ਧ੍ਰਿਤਰਾਸ਼ਟਰ ਦੇ ਕੋਲ ਲੈ ਕੇ ਆਉਂਦੀ ਹੈ। ਇਹਨਾਂ ਨੇ ਪੂਰਾ ਉਹਦੇ ਭਾਵੇਂ ਸਵਾਗਤ ਹੋਇਆ, ਪਰ ਦੁਰਯੋਧਨ ਦੀ ਇੱਕੋ ਹੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਏ, ਆਪਣੇ ਰਸਤੇ ਚੋਂ ਅਲੱਗ ਕਰ ਦਿੱਤਾ ਜਾਏ, ਤਾਂ ਕਿ ਉਹ ਇਕੱਲਾ ਰਾਜ ਭਾਗ ਦਾ ਮਾਲਕ ਜਿਹੜੇ ਹਨ ਉਹ ਬਣਿਆ ਰਹੇ। ਇੱਕ ਵਾਰ ਪਾਂਡਵਾਂ ਨੇ ਦ੍ਰੋਪਦੀ ਦੇ ਪਿਤਾ ਦ੍ਰੋਪਦ ਦੀ ਸਹਾਇਤਾ ਦੇ ਨਾਲ ਯੁਧਿਸ਼ਟਰ ਨੇ ਅੱਧਾ ਰਾਜ ਲੈ ਵੀ ਲਿਆ, ਤੇ ਕਹਿੰਦੇ ਨੇ ਉਹ ਆਰਾਮ ਨਾਲ ਆਪਣੇ ਪਾਸੇ ਰਹਿਣ ਵੀ ਲੱਗੇ। ਤੇ ਪਾਂਡਵਾਂ ਨੇ ਆਪਣੀ ਰਾਜਧਾਨੀ ਇੰਦਰਪ੍ਰਸਥ ਦਿੱਲੀ ਦੇ ਵਿੱਚ ਇੱਕ ਜੱਗ ਕੀਤਾ। ਪਾਂਡਵਾਂ ਦੀ ਮਸ਼ਹੂਰੀ ਦੇਖ ਕੇ ਜਾਂ ਉਹਨਾਂ ਦੀ ਜਸ਼ ਦੇਖ ਕੇ ਜਾਂ ਪ੍ਰਤਿਭਾ ਦੇਖ ਕੇ ਲਫ਼ਜ਼ ਵਰਤਿਆ ਗਿਆ ਵੀ ਉਹਨਾਂ ਦੀ ਪ੍ਰਤਿਭਾ ਨੂੰ ਦੇਖ ਕੇ ਦੁਰਯੋਧਨ ਜਿਹੜਾ ਸੀ ਬੜਾ ਸੜਿਆ, ਬੜੇ ਅੱਗ ਲੱਗੀ। ਉਹਨੇ ਉਹਨਾਂ ਨੂੰ ਨਾਸ਼ ਕਰਨ ਦਾ ਇਰਾਦਾ ਬਣਾ ਲਿਆ ਵੀ ਇਹਨਾਂ ਨੂੰ ਨਾਸ਼ ਕਿਵੇਂ ਕਰਨਾ ਹੈ। ਇਸ ਨੇ ਆਪਣੇ ਮਾਮੇ ਸ਼ੁਕੁਨ ਦੀ ਮਦਦ ਦੇ ਨਾਲ ਯੁਧਿਸ਼ਟਰ ਨੂੰ ਜੂਆ ਖੇਡਣ ਲਈ ਤਿਆਰ ਕਰਕੇ ਧੋਖੇ ਦੇ ਨਾਲ ਉਸ ਤੋਂ ਰਾਜ ਭਾਗ ਤੇ ਦ੍ਰੋਪਦੀ ਜਿਹੜੀ ਸੀ ਉਹ ਵੀ ਜਿੱਤ ਲਈ। ਦ੍ਰੋਪਦੀ ਦੀ ਰਾਜ ਸਭਾ ਵਿੱਚ ਉਹਨੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ, ਬੇਇੱਜ਼ਤੀ ਕੀਤੀ ਵੀ। ਪਾਂਡਵਾਂ ਦੇ 12 ਸਾਲ ਬਨਵਾਸ ਤੋਂ ਬਾਅਦ
1 ਸਾਲ ਲੁਕੇ ਛਿਪਣ ਤੋਂ ਬਾਅਦ ਜਦੋਂ ਰਾਜ ਦਾ ਹਿੱਸਾ ਮੰਗਣ ਉਹਨਾਂ ਨੇ ਮੰਗਿਆ ਤਾਂ ਇਹਨੇ ਨਾ ਕਰ ਦਿੱਤੀ। ਤਾਂ ਕ੍ਰਿਸ਼ਨ ਜੀ ਨੇ ਇਹ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ, ਵਿੱਚ ਆਪੋ ਬੈਠ ਕੇ ਵੀ ਇਹਨਾਂ ਦਾ ਰਾਜੀਨਾਮਾ ਹੋ ਜਾਏ, ਪਰ ਦੁਰਯੋਧਨ ਜਿਹੜਾ ਸੀ ਉਹ ਹੰਕਾਰਿਆ ਹੋਇਆ ਨਹੀਂ ਮੰਨਿਆ। ਆਪਣੇ ਤਾਕਤ ਦੇ ਨਸ਼ੇ ਵਿੱਚ ਜਦੋਂ ਹੰਕਾਰ ਹੁੰਦਾ ਹੈ, ਉਦੋਂ ਬੰਦਾ ਕਿਸੇ ਦੀ ਵੀ ਨਹੀਂ ਸੁਣਦਾ, ਗੁਰੂ ਦੀ ਵੀ ਨਹੀਂ ਸੁਣਦਾ। ਖਿਆਲ ਕਰਨਾ, ਜਦੋਂ ਬੰਦੇ ਦੇ ਮਨ ਵਿੱਚ ਹੰਕਾਰ ਆ ਜਾਏ ਤਾਂ ਉਹ ਆਪਣੇ ਗੁਰੂ ਦੀ ਗੱਲ ਵੀ ਨਹੀਂ ਸੁਣਦਾ, ਜੋ ਮਨ ਚਾਹੁੰਦਾ ਉਹ ਕਰਨਾ ਚਾਹੁੰਦਾ ਹੈ। ਤਾਂ ਇਹ ਰਿਜ਼ਲਟ ਨਿਕਲਿਆ ਵੀ ਜਦੋਂ ਉਹਨੇ ਕ੍ਰਿਸ਼ਨ ਜੀ ਦੀ ਗੱਲ ਵੀ ਨਹੀਂ ਸੁਣੀ, ਤਾਂ ਫਿਰ ਉਹਦਾ ਜਿਹੜਾ ਨਤੀਜਾ ਸੀ ਉਹ ਮਹਾਭਾਰਤ ਦੇ ਯੁੱਧ ਦੇ ਰੂਪ ਵਿੱਚ ਹੋਇਆ। ਤਾਂ ਮਹਾਭਾਰਤ ਦਾ ਯੁੱਧ ਅਸਲ ਵਿੱਚ ਇਹ ਕੌਰਵਾਂ ਤੇ ਪਾਂਡਵਾਂ ਦੀ ਆਪਸੀ ਵਿਰੋਧਤਾ ਦਾ ਹੀ ਨਤੀਜਾ ਹੈ। ਦੁਰਯੋਧਨ ਦੇ ਕੋਲ ਬਹੁਤ ਸਾਰੀ ਸੈਨਾ ਸੀ, ਬਹੁਤ ਸਾਰੀ ਫੌਜ ਸੀ, ਪਰ ਯੁੱਧ ਦੇ ਵਿੱਚ ਪਾਂਡਵਾਂ ਦੇ ਹੱਥੋਂ ਇਹ ਬੁਰੀ ਮੌਤ ਜਿਹੜਾ ਸੀ ਮਾਰਿਆ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁਰਯੋਧਨ ਦਾ ਜ਼ਿਕਰ ਕੀਤਾ, ਕੈਰਵਾਂ ਦਾ ਜ਼ਿਕਰ ਕੀਤਾ। ਮੇਰੀ ਮੇਰੀ ਕੈਰਮ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਤੇ ਉੱਥੇ ਇਹ ਹੰਕਾਰ ਦੀ ਅਸਲ ਵਿੱਚ ਸੀ ਵੀ ਬੜਾ ਅਭਿਮਾਨ, ਬੜੀ ਮਾਨ ਵਾਲੇ, ਬੜੀ ਤਾਕਤ ਵਾਲੇ, ਫੌਜਾਂ ਦੇ ਮਾਲਕ, ਜਿਹਨੂੰ ਆਪਣੀ ਫੌਜਾਂ ਤੇ ਬੜਾ ਮਾਣ ਸੀ, ਜਿਹਨੂੰ ਆਪਣੀਆਂ ਬਾਹਾਂ ਤੇ ਬੜਾ ਮਾਣ ਸੀ, ਇਹੋ ਜਿਹੇ ਮਨੁੱਖ ਵੀ ਜਿਹੜੇ ਮੇਰੀ ਮੇਰੀ ਕਰਦੇ ਰਾਜ ਭਾਗ ਦੇ ਵਿੱਚ ਰਹੇ ਤੇ ਮੇਰੀ ਮੇਰੀ ਕਰਦੇ ਰਹੇ, ਤੇ ਉਹ ਮਨੁੱਖ ਵੀ ਸੰਸਾਰ ਤੋਂ ਚਲੇ ਗਏ। ਉਹਨਾਂ ਦਾ ਹਸ਼ਰ ਜੋ ਹੋਇਆ ਉਹ ਸਾਰਿਆਂ ਨੇ ਦੇਖਿਆ, ਤੇ ਬੰਦੇ ਤੂੰ ਕਿਹੜੀ ਮੂਲੀ ਹੈ, ਕਿਹੜੇ ਬਾਗ ਦੀ ਮੂਲੀ ਹੈ। ਹੰਕਾਰ ਤੋਂ ਬਾਹਰ ਨਿਕਲ, ਕਦੀ ਵੀ ਆਪਣੇ ਆਪ ਨੂੰ ਜੇ ਕਰਤੇ ਨੇ ਦਾਤਾਂ ਦਿੱਤੀਆਂ ਹਨ ਤਾਂ ਉਹਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਬਤੀਤ ਕਰ, ਉਹਦੇ ਸ਼ੁਕਰਾਨਾ ਕਰ, ਨਾ ਕਿ ਰਾਜ ਹੰਕਾਰ ਦੇ ਨਸ਼ੇ ਦੇ ਵਿੱਚ ਆ ਕੇ ਦੂਜਿਆਂ ਨੂੰ ਟਿੱਚ ਸਮਝਣਾ। ਇਹ ਇੱਕ ਸੁਭਾਅ ਹੈ ਸਾਡਾ, ਮਨੁੱਖਤਾ ਦਾ, ਸਾਡਾ ਮਨੁੱਖਾਂ ਦਾ ਇੱਕ ਸੁਭਾਅ ਹੁੰਦਾ ਹੈ। ਜਦੋਂ ਸਾਡੇ ਕੋਲ ਤਾਕਤ ਆਉਂਦੀ ਹੈ, ਪੈਸਾ ਆਉਂਦਾ ਹੈ, ਦੌਲਤ ਆਉਂਦੀ ਹੈ, ਰੁਤਬਾ ਆਉਂਦੀ ਹੈ, ਸ਼ੋਹਰਤ ਆਉਂਦੀ ਹੈ, ਤੇ ਅਸੀਂ ਦੂਜੇ ਨੂੰ ਟਿੱਚ ਸਮਝਦੇ ਹਾਂ। ਇਹ ਜਿਹੜਾ ਧਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਨੇ ਲਫ਼ਜ਼ ਨੂੰ ਇਸਤੇਮਾਲ ਕੀਤਾ, ਇੱਕੋ ਹੀ ਗੱਲ ਸੇਧ ਦਿੱਤੀ ਹੈ ਵੀ ਹੰਕਾਰ ਦੇ ਨਾਲ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ। ਦੁਰਯੋਧਨ ਵਰਗੇ ਹੰਕਾਰੀ ਬੰਦੇ ਜਿਹੜੇ ਸਨ, ਉਹਨਾਂ ਦਾ ਜੋ ਹਸ਼ਰ ਹੋਇਆ ਉਹਦਾ ਜ਼ਿਕਰ ਕਰਕੇ ਇਹ ਸਾਨੂੰ ਇੱਕ ਉਦਾਹਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਫ਼ਜ਼ ਉਦਾਹਰਨ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ। ਨਾ ਇਹ ਸਾਡਾ ਕੋਈ ਮਹਾਭਾਰਤ ਨਾਲ ਲੈਣ ਦੇਣ ਸੀ, ਤੇ ਨਾ ਹੀ ਸਾਡਾ ਕੋਈ ਇਹਨਾਂ ਦੇ ਨਾਲ ਸੀ, ਲੇਕਿਨ ਇੱਕ ਉਦਾਹਰਨ ਦਿੱਤੀ ਹੈ ਵੀ ਇੱਕ ਵੱਡੇ ਵੱਡੇ ਹੰਕਾਰੀਆਂ ਗਰਭ ਗਲੇ ਆ ਨਾ, ਜਦੋਂ ਹੰਕਾਰੀਆਂ ਦੇ ਗਰਭ ਜਿਹੜੇ ਉਹ ਗਲਦੇ ਨੇ, ਉਹ ਉਹਨਾਂ ਦਾ ਜ਼ਿਕਰ ਜਿਹੜਾ ਅਸਲ ਵਿੱਚ ਇਹ ਕੀਤਾ ਗਿਆ ਹੈ। ਅੱਗੇ ਲਫ਼ਜ਼ ਆਉਂਦਾ ਹੈ ਦੇਵਕੀ। ਦੇਵਕੀ ਜਦੂਵੰਸ਼ੀ ਰਾਜਾ ਦੇਵਕ ਦੀ ਪੁੱਤਰੀ ਤੇ ਵਾਸੂਦੇਵ ਦੀ ਪਤਨੀ ਤੇ ਕ੍ਰਿਸ਼ਨ ਜੀ ਨੂੰ ਜਨਮ ਦੇਣ ਵਾਲੀ ਦੇਵਕੀ ਸੀ, ਜਾਂ ਉਹਨਾਂ ਦੀ ਮਾਤਾ ਸੀ। ਵਿਆਹ ਤੋਂ ਬਾਅਦ ਜਦੋਂ ਵਾਸੂਦੇਵ ਦੇਵਕੀ ਨੂੰ ਲੈਣ ਜਾ ਰਿਹਾ ਸੀ ਤਾਂ ਉਸ ਵੇਲੇ ਕੰਸ ਰਥ ਚਲਾ ਰਿਹਾ ਸੀ। ਕੰਸ ਨੂੰ ਕੋਈ ਇੱਕ ਆਕਾਸ਼ਬਾਣੀ ਹੁੰਦੀ ਹੈ ਕਿ ਜਿਸ ਭੈਣ ਭਣਵਈਏ ਨੂੰ ਲੈਣ ਜਾ ਰਿਹਾ, ਇਹਨਾਂ ਦੀ ਔਲਾਦ ਹੱਥੋਂ ਤੇਰੀ ਮੌਤ ਹੋ ਜਾਏਗੀ, ਤੇਰੀ ਮੌਤ ਇਹਨਾਂ ਦੀ ਔਲਾਦ ਹੱਥੋਂ ਹੋਣੀ ਹੈ। ਉਹਨੂੰ ਆਕਾਸ਼ਬਾਣੀ ਹੁੰਦੀ, ਭਵਿੱਖਬਾਣੀ ਹੁੰਦੀ ਹੈ। ਕੰਸ ਨੇ ਉਸੇ ਵੇਲੇ ਦੇਵਕੀ ਨੂੰ ਮਾਰਨ ਲਈ ਤਲਵਾਰ ਖਿੱਚੀ, ਪਰ ਵਾਸੁਦੇਵ ਨੇ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਇਹ ਵਚਨ ਦਿੱਤਾ ਕਿ ਦੇਵਕੀ ਦੇ ਘਰ ਕੋਈ ਬੱਚਾ ਜਿਹੜਾ ਹੋਏਗਾ ਉਹ ਤੇਰੇ ਹਵਾਲੇ ਕਰ ਦਿੱਤਾ ਜਾਏਗਾ, ਬੱਚਾ ਤੇਰੇ ਹਵਾਲੇ ਕਰ ਦਿੱਤਾ ਜਾਏਗਾ, ਭਾਵ ਉਸ ਬੱਚੇ ਨੂੰ ਵੱਡਾ ਹੀ ਨਹੀਂ ਹੋਣ ਦਿੱਤਾ ਜਾਏਗਾ। ਕੰਸ ਨੇ ਫਿਰ ਭੈਣ ਨੂੰ ਛੱਡ ਦਿੱਤਾ। ਦੇਵਕੀ ਦੇ ਘਰ 6 ਬੱਚੇ ਕੰਸ ਨੇ ਮਰਵਾ ਦਿੱਤੇ। 7ਵਾਂ ਬੱਚਾ ਬਲਰਾਮ ਸੀ, ਜਿਸ ਨੂੰ ਗੋਕਲ ਪਹੁੰਚਾ ਦਿੱਤਾ ਗਿਆ। ਉਹ ਨੰਦ ਦੇ ਘਰ ਰੋਹਿਣੀ ਦੀ ਗੋਦ ਵਿੱਚ ਪਲਿਆ। ਕ੍ਰਿਸ਼ਨ ਜੀ ਦੇਵਕੀ ਦੇ 8ਵੇਂ ਗਰਭ ਸਨ, 8ਵੇਂ ਬੱਚੇ ਸਨ। ਇਹ ਨੰਦ ਦੇ ਘਰ ਯਸ਼ੋਦਾ ਦੀ ਗੋਦ ਵਿੱਚ ਪਲਦੇ ਹਨ। ਤਾਂ ਵੱਡੇ ਹੋ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਆਪ ਇਤਿਹਾਸ ਜਾਣਦੇ ਹੋ, ਤੇ ਮਾਂ ਦੇਵਕੀ ਤੇ ਵਾਸੁਦੇਵ ਨੂੰ ਕੈਦ ਦੇ ਵਿੱਚੋਂ ਰਿਹਾ ਕਰਵਾ ਲਿਆ। ਤੇ ਇਹ ਜਿੱਥੇ ਲਫ਼ਜ਼ ਵਰਤਿਆ ਗਿਆ
ਦੇਵਕੀ ਦੀ ਗੱਲ ਜਦੋਂ ਕੀਤੀ ਗਈ ਤਾਂ ਉਹ ਭਗਤ ਨਾਮਦੇਵ ਜੀ ਨੇ ਕਿ ਮਾਲੀ ਗੌੜਾ ਦਾ ਸ਼ਬਦ ਆਉਂਦਾ ਹੈ, ਉਹਦੇ 'ਚ ਦੇਵਕੀ ਲਫ਼ਜ਼ ਜ਼ਿਕਰ ਆਉਂਦਾ ਹੈ, ਧੰਨ ਧੰਨ ਤੂੰ ਮਾਤਾ ਦੇਵਕੀ। ਇੱਥੇ ਹੁਣ ਦੇਵਕੀ ਦਾ ਜ਼ਿਕਰ ਇਹ ਨਹੀਂ ਆਇਆ, ਪਰਮ ਪਿਤਾ ਪਰਮੇਸ਼ਰ ਦੇ ਲਈ ਆਇਆ ਹੈ ਕਿ ਇਹ ਪਰਮੇਸ਼ਰ ਤੂੰ ਸਭ ਦੀ ਰੱਖਿਆ ਕਰਨ ਵਾਲਾ ਹੈ, ਤੂੰ ਸਾਰਿਆਂ ਨੂੰ ਬਚਾਉਣ ਵਾਲਾ ਹੈ। ਉੱਥੇ ਜਿਹੜਾ ਜ਼ਿਕਰ ਹੈ ਉਹ ਅਸਲ ਵਿੱਚ ਉਹ ਸ਼ਬਦ ਸਮਝਣ ਵਾਲਾ ਹੈ, ਧੰਨ ਧੰਨ ਉਹ ਰਾਮ ਦੇਨ ਬਾਜੇ ਵਾਲਾ ਸ਼ਬਦ ਹੈ, ਜਿਹਦੀ ਵਿਆਖਿਆ ਅਸੀਂ ਇਹ ਇਹ ਸ਼ਾਇਦ ਸ਼ਬਦ ਉਚਾਰ ਜਦੋਂ ਆਏਗਾ ਜ਼ਰੂਰ ਕਰਾਂਗੇ ਤੇ ਦੂਜੀ ਕਲਾਸ ਦੇ ਵਿੱਚ। ਲੇਕਿਨ ਉੱਥੇ ਜਿਹੜੇ ਇਸਤੇਮਾਲ ਕੀਤੇ ਗਏ ਲਫ਼ਜ਼ ਹਨ ਪ੍ਰਮਾਤਮਾ ਦੇ ਪ੍ਰਤੀ ਕੀਤੇ ਗਏ ਹਨ, ਕਿਉਂਕਿ ਧੰਨ ਧੰਨ ਉਹ ਰਾਮ ਦੇਨ ਬਾਜੇ ਵੀ ਪ੍ਰਮਾਤਮਾ ਦੀ ਬੰਜਲੀ ਇਹ ਸਾਰੇ ਸੰਸਾਰ ਵਿੱਚ ਵੱਜ ਰਹੀ ਹੈ। ਉੱਥੇ ਰਾਮਚੰਦਰ ਜੀ ਤਾਂ ਬੰਸਰੀ ਵਜਾਉਂਦੇ ਹੀ ਨਹੀਂ ਸੀ, ਉਸੇ ਸ਼ਬਦ ਵਿੱਚ ਇਹ ਲਫ਼ਜ਼ ਜਿਹੜੇ ਹਨ ਉਹ ਆਏ ਹਨ। ਉੱਥੇ ਜਿਹੜੇ ਲਫ਼ਜ਼ ਅਸਲ ਵਿੱਚ ਪ੍ਰਮਾਤਮਾ ਦੇ ਲਈ ਵਰਤੇ ਗਏ ਹਨ, ਨਾ ਕਿ ਕਿਸੇ ਹੋਰ ਇਨਸਾਨ ਦੇ ਲਈ ਉਹ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਗਿਆ। ਅੱਗੇ ਲਫ਼ਜ਼ ਆਉਂਦਾ ਹੈ ਦੱਦੇ ਤੋਂ ਦੇਵਤੇ ਆਉਂਦਾ ਹੈ। ਹਿੰਦੂ ਇੱਕ ਮਨੌਤ ਹੈ ਧਰਮ ਦੀ, ਇਸ ਧਰਤੀ ਤੋਂ ਉੱਪਰ ਇੱਕ ਹੋਰ ਅਮਰਾਪੁਰੀ ਹੈ ਜਿਹਦੇ ਵਿੱਚ ਜਿਹੜੇ ਬੰਦੇ ਰਹਿੰਦੇ ਨੇ ਉਹ ਨਿਵਾਸ ਕਰਨ ਵਾਲਿਆਂ ਨੂੰ ਦੇਵਤੇ ਕਿਹਾ ਜਾਂਦਾ ਹੈ, ਇੱਕ ਮਨੌਤ ਹੈ ਉਹਨਾਂ ਦੀ। ਤੇ ਉਹਨਾਂ ਦੇਵਤਿਆਂ ਦਾ ਰਾਜਾ ਇੰਦਰ ਹੈ। ਰਿਗਵੇਦ ਵਿੱਚ ਅਗਨ ਇੰਦਰ ਤੇ ਸੂਰਜ ਇਹ ਤਿੰਨ ਪ੍ਰਮੁੱਖ ਦੇਵਤੇ ਮੰਨੇ ਗਏ ਹਨ। ਜਿਹੜਾ ਰਿਗਵੇਦ ਹੈ, ਪੁਰਾਣਕ ਜ਼ਮਾਨੇ ਦੇ ਵਿੱਚ ਇਹ ਗਿਣਤੀ ਵੱਧਦੀ ਗਈ, ਹੌਲੀ ਹੌਲੀ ਕਰਕੇ ਗਿਣਤੀ ਵੱਧਦੀ ਗਈ। ਜੇ ਵਿਸ਼ਨੂੰ ਪੁਰਾਣ ਦੀ ਗੱਲ ਕਰਦੇ ਆ, ਉਹ 'ਚ ਕਸ਼ਪ ਦੀ ਪਤਨੀ ਅਦਿਤੀ ਤੋਂ ਵਿਸ਼ਨੂੰ ਦੇ ਇੰਦਰ ਆਦਿ ਪੈਦਾ ਹੋਏ ਦੱਸੇ ਜਾਂਦੇ ਹਨ। ਅਦਿਤੀ ਨੂੰ ਦੇਵ ਮਾਤਾ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਅਦਿਤੀ ਨੂੰ ਪਿੱਛੋਂ ਜਾ ਕੇ ਉਸ ਤੋਂ ਬਾਅਦ ਪਰਮੇਸ਼ਰ ਦੀ ਉਤਪਾਦਕ, ਪਾਲਕ ਤੇ ਸੰਘਾਰਨ ਦੀ ਸ਼ਕਤੀ ਜਿਹੜੀ ਸੀ ਉਹ ਤਿੰਨ ਦੇਵਤਿਆਂ ਨੂੰ ਦੇ ਦਿੱਤੀ। ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਜਿਹੜੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ, ਇਹ ਤਿੰਨ ਦੇਵਤਿਆਂ ਨੂੰ ਵੱਖਰੀਆਂ ਵੱਖਰੀਆਂ ਤਾਕਤਾਂ ਵੀ ਦੇ ਦਿੱਤੀਆਂ ਵੀ ਇੱਕ ਪੈਦਾ ਕਰਨ ਵਾਲਾ ਹੈ, ਇੱਕ ਰੋਜ਼ੀ ਦੇਣ ਵਾਲਾ ਹੈ, ਇੱਕ ਮਾਰਨ ਵਾਲਾ ਹੈ। ਇਹ ਜਦੋਂ ਇਹਨਾਂ ਨੂੰ ਇਹ ਮਾਨਤਾ ਮਿਲ ਗਈ ਤੇ ਇਹਨਾਂ ਦੀ ਜਿਹੜੀ ਸ਼ੋਭਾ ਸੀ ਵੱਧ ਗਈ, ਵਧੇਰੇ ਮਾਨਤਾ ਵੀ ਇਹਨਾਂ ਦੀ ਹੋਣ ਲੱਗ ਪਈ। ਤਾਂ ਇਹ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਆ ਉਹ ਨਹੀਂ ਹੈ। ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਗੁਰੂ ਨਾਨਕ ਪਿਤਾ ਨੇ ਸਾਨੂੰ ਦਿੱਤੀ ਉਹ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਇਹਨਾਂ ਦੇਵਤਿਆਂ ਦੀ ਨਹੀਂ, ਉਹ ਤਾਂ ਹੈ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲੱਗੀ ਬਾ। ਹੁਣ ਦੇਵਤੇ ਮਨੁੱਖਾਂ ਨੂੰ ਦੇਵਤੇ ਬਣਾਉਣਾ, ਸ਼ਕਲ ਬਦਲ ਗਈ ਸੀ, ਆਕਾਰ ਬਦਲਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ, ਉਹਦੇ ਰਹਿਣ ਦਾ ਢੰਗ ਬਦਲ ਦਿੱਤਾ ਸੀ। ਹਾਂ, ਰਹਿਣ ਦਾ ਢੰਗ ਬਦਲ ਗਿਆ, ਵਿਚਾਰ ਬਦਲ ਗਏ, ਸੋਚ ਬਦਲ ਗਈ, ਗੁਰੂ ਅਨੁਸਾਰੀ ਹੋ ਗਈ। ਜਦੋਂ ਮਨੁੱਖ ਦੀ ਸੋਚ ਜਾਂ ਸਿੱਖ ਦੀ ਸੋਚ ਗੁਰੂ ਅਨੁਸਾਰੀ ਹੋ ਜਾਂਦੀ ਉਹਨੂੰ ਦੇਵਤਾ ਕਿਹਾ ਜਾਂਦਾ ਹੈ। ਸਿੱਖੀ ਦਾ ਦੇਵਤੇ ਦੇ ਵਿੱਚ ਹੋਰ ਕੋਈ ਪਰਿਭਾਸ਼ਾ ਨਹੀਂ ਹੈ। ਦੇਵਤੇ ਦਾ ਮਤਲਬ ਗੁਰੂ ਹੁਕਮਾਂ ਤੇ ਚੱਲਣ ਵਾਲਾ, ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲਾ, ਗੁਰੂ ਅਨੁਸਾਰੀ ਹੋ ਕੇ ਜ਼ਿੰਦਗੀ ਜਿਉਣ ਵਾਲਾ। ਸਿੱਖੀ ਦੇ ਦੇਵਤਿਆਂ ਦੀ ਇਹ ਕੀਤੀ ਹੈ। ਲੇਕਿਨ ਸਤਿਗੁਰੂ ਜੀ ਦੇ ਕਈ ਦੇਵਤੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਮਨੋਕਲਪਤ ਦੇਵਤੇ ਮੰਗਦੇ ਹੋ। ਗਾਵੇਂ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਕਈ ਦੇਵਤੇ ਇੰਦਰ ਵਰਗੇ ਤੇਰੇ ਗੁਣਾਂ ਨੂੰ ਗਾਉਂਦੇ ਨੇ, ਜੇ ਤੇਰੇ ਗੁਣਾਂ ਨੂੰ ਉਹੀ ਗਾਉਂਦੇ ਨੇ ਤੇ ਫਿਰ ਤੇਰੀ ਸਿਫਤ ਕਰਨ ਦੀ ਲੋੜ ਕੀ ਹੈ, ਵਡਿਆਈ ਕਰਨ ਦੀ ਲੋੜ ਕੀ ਹੈ। 33 ਕਰੋੜ ਦਾਸ ਤੁਮਾਰੇ, ਇੱਕ ਹੋਰ ਸ਼ਬਦ ਆ ਬੇਨਤੀ ਸਤਿਗੁਰੂ ਦਾਸ ਰਾਗ ਚ ਬਚਨ ਆਉਂਦਾ ਵੀ 33 ਕਰੋੜ ਦੇਵਤੇ ਕਹੇ ਜਾਂਦੇ ਵੀ ਤੇਰੇ ਦਾਸ ਨੇ, ਤੇਰੇ ਹੁਕਮ ਚ ਚੱਲਦੇ ਆ, ਤੇਰੇ ਬੈਨ। ਤੋ ਜਦੋਂ ਅਸੀਂ ਸਿੱਖ ਮੱਤ ਦੇ ਅੰਦਰ ਗੱਲ ਕਰਦੇ ਹਾਂ ਤਾਂ ਸਿੱਖ ਮੱਤ ਦੇ ਅੰਦਰ ਇਹਨਾਂ ਦੇਵਤਿਆਂ ਦੀ ਫਿਜ਼ੀਕਲੀ ਜਾਂ ਹੋਰ ਮਹਾਨਤਾ ਦੀ ਗੱਲ ਨਹੀਂ ਕੀਤੀ ਗਈ। ਇਹਨਾਂ ਦੇਵਤਿਆਂ ਦੀ ਚਲੀਆਂ ਹੋਈਆਂ ਪਰੰਪਰਾਵਾਂ ਜਿਹੜੀਆਂ ਸਨ ਉਹਨੂੰ ਇਸਤੇਮਾਲ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਇਹ ਜਦੋਂ ਦੇਵਤਿਆਂ ਦੀ ਕੀ ਮੁਕਤ ਹੈ, ਜੋ ਪਰਮਪਿਤਾ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਾਰੇ ਚੱਲਦੇ ਹਨ। ਤੋ ਦੇਵਤਾ ਲਫ਼ਜ਼ ਚੰਗੇ ਮਨੁੱਖ ਲਈ ਗੁਰਬਾਣੀ ਨੇ ਇਸਤੇਮਾਲ ਕੀਤਾ ਹੈ। ਫਿਰ ਲਫ਼ਜ਼ ਆ ਜਾਂਦਾ ਇੱਕ ਦੇਵੀ।
ਪੁਰਾਤਨ ਸਨਾਤਨੀ ਮਨੌਤਾਂ ਦੇ ਅਨੁਸਾਰ ਅਮਰਾਪੁਰੀ ਚ ਵਸਣ ਵਾਲੇ ਦੇਵਤਿਆਂ ਦੀਆਂ ਜਿਹੜੀਆਂ ਪਤਨੀਆਂ ਹਨ ਉਹਨਾਂ ਨੂੰ ਦੇਵੀ ਆਖਿਆ ਜਾਂਦਾ। ਜਿਵੇਂ ਇੰਦਰ ਦੀ ਘਰ ਵਾਲੀ ਸੂਚੀ, ਵਿਸ਼ਨੂੰ ਦੀ ਲక్ష్ਮੀ, ਬ੍ਰਹਮਾ ਦੀ ਸਵਿਤਰੀ, ਸ਼ਿਵ ਜੀ ਦੀ ਪਾਰਵਤੀ। ਅੱਗੇ ਪਾਰਵਤੀ ਦਾ ਅਵਤਾਰ ਲੈਣ ਵਾਲੀਆਂ ਕਈ ਦੇਵੀਆਂ ਹਨ, ਜਿਵੇਂ ਭਵਾਨੀ, ਦੁਰਗਾ, ਕਾਮਾਖਿਆ। ਇਸ ਤੋਂ ਅੱਗੇ ਚੰਡੀ, ਫਿਰ ਕਾਲੀ, ਭੈਰਵੀ, ਤਾਰਾ ਦੇਵੀ, ਜਵਾਲਾਮੁਖੀ ਆਦਿ ਹੋਰ ਵੀ ਨਾਮ ਹੋਣਗੇ। ਹਰ ਦੇਵੀ ਨੂੰ ਕਿਸੇ ਨਾ ਕਿਸੇ ਚੀਜ਼ ਦਾ, ਸ਼ਕਤੀ ਦਾ, ਤਾਕਤ ਦਾ ਸੂਚਕ ਮੰਨਿਆ ਗਿਆ ਹੈ। ਤਾਕਤਾਂ ਵੀ ਵੰਡੀਆਂ ਗਈਆਂ ਤੇ ਉਸੇ ਤਾਕਤ ਲੈਣ ਲਈ ਉਸ ਦੇਵੀ ਦੀ ਆਰਾਧਨਾ ਕੀਤੀ ਜਾਂਦੀ ਹੈ, ਜਿਸ ਦੀ ਆਰਾਧਨਾ ਨੂੰ ਚੰਗਾ ਮੰਨਿਆ ਜਾਂਦਾ ਹੈ। ਇਹ ਦੂਜੇ ਮੱਤ ਦੀ ਗੱਲ ਕਰ ਰਿਹਾ। ਅਸਲ ਵਿੱਚ ਸ਼ਿਵ ਜੀ ਦੀ ਪੂਜਾ ਜ਼ਿਆਦਾ ਪ੍ਰਧਾਨ ਹੋ ਗਈ, ਕਿਉਂਕਿ ਪਾਰਵਤੀ ਦੀ ਮਾਨਤਾ ਜ਼ਿਆਦਾ ਹੁੰਦੀ ਸੀ। ਤੇ ਜਦੋਂ ਜਿਹੜੇ ਅੱਗੇ ਆਪਾਂ ਸੀਤਲਾ ਦੇਵੀ ਵੀ ਸੁਣਦੇ ਸੀ, ਵਿੱਚ ਝਿਜਕਦਾ ਜਦੋਂ ਰੋਖ ਲੱਗ ਗਿਆ, ਉਹ ਸੀਤਲਾ ਦੇਵੀ ਦੇ ਕੋਲ ਜਾਵੇ, ਉਹਦੇ ਮੰਦਿਰਾਂ 'ਚ ਜਾਵੇ, ਟਲ ਖੜਕਾਵੇ। ਉਹ ਸੀਤਲਾ ਦੇ ਮੰਦਿਰ ਵੀ ਬਣੇ ਹੋਏ ਹਨ। ਉਹਨੂੰ ਸੀਤਲਾ ਦੇਵੀ ਦੀ ਕਰੋਪੀ ਕਹਿੰਦੇ ਹੋਈ ਹੈ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਚਕ ਨਿਕਲਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਕਈਆਂ ਨੇ ਆ ਕੇ ਕਿਹਾ, ਮਹਾਰਾਜ ਜੀ ਇਹਦੇ ਲਈ ਤਾਂ ਆਹ ਕਰਨਾ ਚਾਹੀਦਾ, ਸਾਨੂੰ ਆਹ ਕਰਨਾ ਚਾਹੀਦਾ, ਤੀਲੇ ਲੈ ਕੇ ਚਿੱਕੜ ਦੇ ਫੁੱਲਾਂ ਤੇ ਲਾਣੇ ਚਾਹੀਦੇ ਆ, ਤਾਂ ਸਤਿਗੁਰੂ ਨੇ ਉਦੋਂ ਇਹ ਗੱਲ ਸਮਝਾਈ ਸੀ ਵੀ ਇਹ ਚੇਚਕ ਇੱਕ ਬਿਮਾਰੀ ਹੈ, ਦੇਵੀ ਨਹੀਂ। ਭੁਲੇਖੇ ਵਿੱਚ ਨਾ ਰਹਿਣਾ, ਇਹਦਾ ਇਲਾਜ ਕਰਨਾ ਬਣਦਾ ਹੈ। ਇਹਨਾਂ ਚੀਜ਼ਾਂ ਦੇ ਨਾਲ ਕੁਝ ਨਹੀਂ ਬਣਦਾ ਜੋ ਅਸੀਂ ਕਰਦੇ ਹਾਂ। ਪਰ ਇੱਕ ਅਸਲ ਵਿੱਚ ਸਾਰਾ ਕੁਝ ਅਗਿਆਨਤਾ ਦੇ ਵਿੱਚੋਂ ਨਿਕਲਦਾ ਹੈ। ਸਤਿਗੁਰੂ ਜੀ ਇਹਨਾਂ ਦੇਵੀ ਜਾਂ ਦੇਵਤਿਆਂ ਦੀ ਜਦੋਂ ਗੱਲ ਕਰਦੇ ਹਨ ਤਾਂ ਬੜੀ ਸਪਸ਼ਟ ਜੀ ਗੱਲ ਕਰਦੇ ਹਨ। ਇੱਕ ਪੰਕਤੀ ਆਉਂਦੀ ਹੈ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ। ਵੀ ਇਹਨਾਂ ਨੂੰ ਪੂਜ ਕੇ ਕੀ ਮੰਗੋਗੇ, ਕੀ ਲੈ ਲੋਗੇ। ਪਾਹਨ ਨੀਰ ਪਖਾਲੀਏ ਭਾਈ, ਜਲ ਮੈਂ ਬੁੱਢੇ ਤੇ। ਵੀ ਜਿਹੜੇ ਪਾਹਨ ਨੀਰ ਪਖਾਲੀਏ, ਪੱਥਰ ਦੀ ਗੱਲ ਕੀਤੀ ਗਈ। ਇਸ਼ਨਾਨ ਕਰਾਈ ਜਦੋਂ, ਫਿਰ ਵੀ ਪਾਣੀ ਡੁੱਬ ਜਾਂਦਾ। ਤੋ ਇਹ ਸਿੱਖ ਮੱਤ ਦੇ ਵਿੱਚ ਇੱਕ ਕਰਤੇ ਪੁਰਖ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਇੱਕ ਓੰਕਾਰ ਦੀ ਗੱਲ ਕੀਤੀ ਹੈ। ਇੱਥੇ ਨਾ ਦੇਵੀ ਦੀ ਗੱਲ ਕੀਤੀ ਹੈ, ਨਾ ਦੇਵਤਿਆਂ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਨੇ 33 ਕਰੋੜ ਦੀ ਪੂਜਾ ਤੋਂ ਕੱਢ ਕੇ ਇੱਕੋ ਹੀ ਗੱਲ ਕਹੀ, ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਇਸ ਕਰਕੇ ਇੱਕ ਓੰਕਾਰ ਸਤਿਗੁਰੂ ਜੀ ਨੇ ਉਸ ਪਰਮਾਤਮਾ ਨੂੰ ਇੱਕ ਹੋਣ ਦੀ ਜਿੱਥੇ ਗੱਲ ਕੀਤੀ, ਉੱਥੇ ਇੱਕ ਰਸ ਵਿਆਪਕ ਦੀ ਗੱਲ ਵੀ ਕੀਤੀ ਕਿ ਉਹ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਵਿਆਪਕ ਵੀ ਹੈ, ਹਰ ਜਗ੍ਹਾ ਉੱਤੇ ਵਸ ਰਿਹਾ ਹੈ। ਤੋ ਇਹਨਾਂ ਦੇਵਤਿਆਂ ਦੇ ਜਾਂ ਦੇਵੀਆਂ ਦੀ ਜਿਹੜੀ ਪੂਜਾ ਸੀ, ਉਹ ਵਿਧਾਨ ਸਿੱਖ ਧਰਮ ਨੇ ਪ੍ਰਵਾਨ ਨਾ ਕੀਤਾ। ਸਿੱਖ ਧਰਮ ਨੇ ਕੇਵਲ ਪਰਮ ਪਿਤਾ ਪਰਮੇਸ਼ਰ, ਜਿਸ ਨੇ ਇਸ ਕੁਦਰਤ ਦੀ ਰਚਨਾ ਕੀਤੀ ਹੈ, ਉਸ ਕਾਦਰ ਦੀ ਪੂਜਾ ਦਾ ਵਿਧਾਨ ਹੈ। ਸਿੱਖ ਕੁਦਰਤ ਦਾ ਪੁਜਾਰੀ ਨਹੀਂ ਹੈ। ਜਿਹਨੇ ਜਨਮ ਲੈ ਲਿਆ ਉਹ ਕੁਦਰਤ ਵਿੱਚ ਹੈ, ਉਹ ਕੁਦਰਤ ਦਾ ਹਿੱਸਾ ਹੈ। ਪਰ ਸਿੱਖ ਕਾਦਰ ਦਾ ਪੁਜਾਰੀ ਹੈ। ਇਸੇ ਵਾਸਤੇ ਹੀ ਸਤਿਗੁਰੂ ਜੀ ਨੇ ਇਹ ਬਚਨ ਗੁਰੂ ਨਾਨਕ ਸਾਹਿਬ ਦਾ ਆਉਂਦਾ, ਦੇਵੀ ਦੇਵਾ ਪੂਜੀਆ ਭਾਈ, ਕਿਆ ਮੰਗੂ ਕਿਆ ਦੇ। ਇਹ ਕੀ ਦੇਣਗੇ, ਕੀ ਮੰਗਣਾ ਇਹਨਾਂ ਕੋਲੋਂ, ਕੀ ਇਹਨਾਂ ਦੀ ਪੂਜਾ ਕਰਨੀ ਹੈ, ਭਾਵ ਕੋਈ ਲਾਭ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਅੱਗੇ ਸਾਨੂੰ ਜੋ ਸੰਕੇਤਕ ਸ਼ਬਦਾਂ ਵਿੱਚ ਜਿਹੜਾ ਅਗਲਾ ਲਫ਼ਜ਼ ਸਾਨੂੰ ਮਿਲਦਾ, ਉਹ ਹੈ ਦੈਂਤ। ਰਿਸ਼ੀ ਕਸ਼ਪ ਦੀ ਘਰ ਵਾਲੀ ਸੀ ਦਿੱਤੀ, ਤੇ ਦਿੱਤੀ ਤੋਂ ਪੈਦਾ ਹੋਣ ਵਾਲੀ ਸੰਤਾਨ ਜਿਹੜੀ ਹੈ ਉਹ ਦੈਂਤ ਕਹਾਉਂਦੀ ਹੈ, ਕਿਉਂਕਿ ਉਹਦੀ ਮਾਂ ਦਿੱਤੀ ਸੀ। ਦੈਂਤਾਂ ਬਾਰੇ ਪੁਰਾਣਾਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਦਰਜ ਨੇ, ਬਹੁਤ ਸਾਰੀਆਂ ਕਹਾਣੀਆਂ ਦੈਂਤਾਂ ਬਾਰੇ ਲਿਖੀਆਂ ਗਈਆਂ ਕਿ ਦੈਂਤ ਦੇਵਤਿਆਂ ਨਾਲ ਲੜਦੇ ਸੀ, ਦੇਵਤਿਆਂ ਨੂੰ ਔਖਾ ਕਰਦੇ ਸੀ, ਉਹਨਾਂ ਨੂੰ ਤੰਗ ਕਰਦੇ ਸੀ, ਉਹਨਾਂ ਦੇ ਜੱਗ ਦੇ ਵਿੱਚ ਵਿਘਨ ਪਾ ਦਿੰਦੇ ਸੀ, ਜੱਗ ਨਹੀਂ ਸੀ ਕਰਨ ਦਿੰਦੇ। ਤੇ ਇਹ ਥਾਂ ਸਮੇਂ-ਸਮੇਂ ਉਹਨਾਂ ਨੂੰ ਵਿਗਾੜਦੇ ਵੀ ਸੀ,
ਜੋ ਝਗੜਾ ਕਰਨ ਦੀਆਂ ਗੱਲਾਂ ਵੀ ਕਰਦੇ ਸਨ। ਕਈ ਵਾਰੀ ਦੈਂਤ ਜਿੱਤ ਜਾਂਦੇ, ਕਈ ਵਾਰੀ ਹਾਰ ਜਾਂਦੇ, ਤੇ ਆਪਣੀ ਫਿਰ ਕੋਈ ਨਾ ਕੋਈ ਮਹਾਨ ਸ਼ਕਤੀ ਵਰਤ ਕੇ ਇਹ ਦੇਵਤੇ ਫਿਰ ਇਹਨਾਂ ਦਾ ਨਾਸ਼ ਕਰ ਦਿੰਦੇ ਤੇ ਦੇਵਤਿਆਂ ਨੂੰ ਫਿਰ ਰਾਜ ਮਿਲ ਜਾਂਦਾ। ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹਨ ਉਹ ਮਿਲਦੀਆਂ ਹਨ ਇਹਨਾਂ ਦੇ ਦੂਜੇ ਗ੍ਰੰਥਾਂ ਦੇ ਵਿੱਚ। ਦੰਤਾਂ ਦਾ ਗੁਰੂ ਸ਼ੁਕਰਾਚਾਰੀਆ ਸੀਗਾ ਤੇ ਮੈਖਾਸੁਰ ਇਹਨਾਂ ਦਾ ਮੋਹਰੀ ਸੀ ਦੈਂਤਾਂ ਦਾ। ਜਿਹੜੇ ਬਾਕੀ ਅੱਗੇ ਹੋਰ ਕਿੰਨੇ ਦੈਂਤ ਸੀ ਜਿਹੜੇ ਬਹੁਤਾ ਆਪਾਂ ਨੂੰ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ, ਸਿਰਫ ਇੰਨੀ ਗੱਲ ਕਰਨੀ ਚਾਹੀਦੀ ਹੈ ਤੇ ਗੁਰਮਤ ਦੇ ਵਿੱਚ ਸਤਿਗੁਰੂ ਜੀ ਨੇ ਇਹਨਾਂ ਦੈਂਤਾਂ ਦਾ ਕੋਈ ਹੋਂਦ ਹੱਦ ਨਹੀਂ ਮੰਨੀ। ਇੱਥੇ ਤੇ ਸਿਰਫ ਇਹ ਦਿੱਤੇ ਵੀ ਜਿਹੜੇ ਬੰਦੇ ਚੰਗੀ ਕਰਨੀ ਵਾਲੇ ਨਹੀਂ ਹਨ, ਚੰਗੇ ਕਿਰਦਾਰ ਵਾਲੇ ਨਹੀਂ ਹਨ, ਉਹ ਦੈਂਤਾਂ ਵਰਗੇ ਹਨ। ਭਾਵ ਇੱਕ ਉਹਨਾਂ ਨੂੰ ਮਾੜੇ ਕਿਹਾ ਜਾਂਦਾ ਸੀ ਤਾਂ ਸਤਿਗੁਰੂ ਜੀ ਨੇ ਉਹ ਲਫ਼ਜ਼ ਵਰਤ ਕੇ ਉਹਨਾਂ ਦਾ ਇਹ ਲਫ਼ਜ਼ ਜਿਹੜਾ ਸੀ ਇਸਤੇਮਾਲ ਕਰ ਲਿਆ। ਇਸ ਕਰਕੇ ਇਹ ਦੈਂਤ ਲਫ਼ਜ਼ ਜਿਹੜੇ ਸਨ ਉਹ ਵਰਤਦੇ। ਇੱਕ ਸ਼ਬਦ ਆਮ ਅਸੀਂ ਵਰਤਦੇ ਹਾਂ, ਦੇਹੀ। ਦੇਹੀ ਦਾ ਅਰਥ ਸਰੀਰ। ਗੁਰਬਾਣੀ ਦੇ ਵਿੱਚ ਇਸ ਮਨੁੱਖਾ ਦੇਹੀ ਨੂੰ ਇੱਕ ਸੰਕਲਪ ਵਜੋਂ ਵਰਤਿਆ ਗਿਆ ਹੈ। ਦੇਹੀ ਦੇ ਅਰਥ ਸਰੀਰ ਹਨ, ਤਨ ਹਨ, ਦੇਹ ਹੈ, ਜੋ ਮਰਜ਼ੀ ਅਸੀਂ ਕਹਿ ਲਈਏ। ਇਹ ਕਿਉਂਕਿ ਸਰੀਰ ਰੂਪੀ ਇਹ ਦਾਤ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ। ਇਹ ਦਾਤ ਹੈ ਜਿਹੜੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ, ਦੇਹ ਦੀ ਦਾਤ। ਇਸ ਕਾਰਨ ਇਸ ਨੂੰ ਦੇਹੀ ਕਿਹਾ ਜਾਣ ਲੱਗ ਪਿਆ। ਦਾਤ ਕਰਕੇ ਇਹਨੂੰ ਦੇਹੀ ਕਿਹਾ ਜਾਣ ਲੱਗ ਪਿਆ, ਦਿੱਤੀ ਹੋਈ ਚੀਜ਼। ਅਸੀਂ ਦੇਹੀ ਇਸ ਨੂੰ ਤਾਂ ਹੀ ਕਹਿੰਦੇ ਹਾਂ ਵੀ ਇਹ ਦਿੱਤੀ ਹੋਈ ਚੀਜ਼ ਹੈ, ਦਾਤ ਹੈ, ਪ੍ਰਮਾਤਮਾ ਦੀ ਦਿੱਤੀ ਹੋਈ ਚੀਜ਼ ਹੈ, ਦਾਤ ਦੇਹੀ, ਤਾਂ ਇਹਨੂੰ ਦੇਹੀ ਕਿਹਾ ਜਾਂਦਾ ਹੈ। ਅੰਦਾਜ਼ਾ ਹੈ, ਮੇਰੇ ਆਪਣੇ ਅੰਦਰਲੇ ਸੋਚ ਹੈ, ਇਹ ਮੈਨੂੰ ਕੋਈ ਅਰਥ ਕਿਤੇ ਮਿਲਦੇ ਤਾਂ ਨਹੀਂ ਹਨ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਦਿੱਤੀ ਹੋਈ ਦਾਤ ਕਰਕੇ ਇਸ ਨੂੰ ਦੇਹੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦੇਹੀ ਜਿਹੜੀ ਪ੍ਰਮਾਤਮਾ ਦਾ ਘਰ ਹੈ ਜਾਂ ਪ੍ਰਮਾਤਮਾ ਦਾ ਮੰਦਰ ਲਫ਼ਜ਼ ਵੀ ਵਰਤੇ ਜਾਂਦੇ ਹਨ। ਇਸ ਲਈ ਇਹਦੀ ਪਵਿੱਤਰਤਾ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ। ਇਸ ਨੂੰ ਵਿਕਾਰਾਂ ਦੀ ਗੰਦਗੀ ਵਿੱਚੋਂ ਲਵੇੜਨ ਨਾਲ ਅਸਲ ਵਿੱਚ ਪ੍ਰਮਾਤਮਾ ਦੀ ਹੀ ਅਸੀਂ ਨਿਰਾਦਰੀ ਕਰ ਰਹੇ ਹੁੰਦੇ ਹਾਂ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨਕ ਦੁਹਰੀਆ, ਗੋਬਿੰਦ ਮਿਲ ਕੇ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਅਸੀਂ ਰੋਜ਼ ਪੜ੍ਹਦੇ ਹਾਂ ਵੀ ਇਹਨੂੰ ਸਵਾਰ ਲੈ, ਨਹੀਂ ਤਾਂ ਹੋਏਗਾ ਕੀ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਤੋ ਇਹ ਦੂਜੇ ਧਰਮਾਂ ਦੇ ਵਿੱਚ ਮਨੁੱਖੀ ਸਰੀਰ ਨੂੰ ਚੰਗਾ ਬਣਾਉਣ ਦੇ ਲਈ, ਪਵਿੱਤਰ ਬਣਾਉਣ ਦੇ ਲਈ, ਦੇਹੀ ਨੂੰ ਪਵਿੱਤਰ ਕਰਨ ਦੇ ਲਈ ਇਹਨੂੰ ਦੁੱਖ ਦੇ ਕੇ, ਕਸ਼ਟ ਦੇ ਕੇ ਇਹਨੂੰ ਸਾਧਿਆ ਜਾਂਦਾ ਸੀ। ਪਰ ਗੁਰੂ ਸਾਹਿਬਾਨ ਨੇ ਇਸ ਮਿੱਥਿਆ ਸੋਚ ਦਾ, ਜਿਹੜੀ ਝੂਠੀ ਸੋਚ ਸੀ, ਉਹਦਾ ਖੰਡਨ ਕੀਤਾ ਵੀ ਇਹਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਹ ਗੱਲ ਸਮਝਾਈ ਤੇ ਸਰੀਰ ਨੂੰ ਵਿਕਾਰਾਂ ਤੋਂ ਮੁਕਤ ਕਰਨ ਦੀ ਲੋੜ ਹੈ, ਨਾ ਕਿ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਹੈ। ਤੇ ਵਿਕਾਰਾਂ ਤੋਂ ਜਿਹੜੀ ਮੁਕਤੀ ਹੈ, ਉਹਦੇ ਲਈ ਪ੍ਰਮਾਤਮਾ ਦਾ ਨਾਮ ਹੀ ਕੰਮ ਆ ਸਕਦਾ ਹੈ, ਉਹਦੀ ਯਾਦ ਹੀ ਕੰਮ ਆ ਸਕਦੀ ਹੈ। ਤੇ ਸਤਿਗੁਰੂ ਜੀ ਨੇ ਇੱਕ ਸ਼ਬਦ ਰਾਹੀਂ ਬਹੁਤ ਸਾਰੇ ਐਸੇ ਪਖੰਡਾਂ ਦਾ ਜ਼ਿਕਰ ਕੀਤਾ ਜਿਹੜੇ ਦੇਹ ਨੂੰ ਪਵਿੱਤਰ ਕਰਨ ਲਈ ਕੀਤੇ ਜਾਂਦੇ ਸਨ। ਸੁਖਮਣੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਤਾਂ ਇੱਕ ਉਹਦੇ ਵਿੱਚ ਇੱਕ ਅੰਕ ਆਉਂਦਾ ਹੈ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਫਿਰ ਇਸ ਦੇਹੀ को बहुत साधना करे, मन ते कब न बिख्या टरे, जल धोवे वो देह अनीत, पर शुद्ध कहाँ हुए काची पीत। कच्ची पीत कंधा न धोन नाल डिग जाएगी। मन हर के नाम की महिमा ऊंच, नानक नाम उदरे पतत वो मूंच। ਨਾਮ ਦੇ ਨਾਲ ਇਹ ਸਾਰੇ ਪਾਰ ਉਤਾਰਾ ਹੁੰਦਾ ਹੈ। ਇਹ ਜਿਹੜੇ ਕਰਮ ਕਾਂਡ ਸਨ, ਇਹ ਸਤਿਗੁਰੂ ਜੀ ਨੇ ਜਿਹੜਾ ਜ਼ਿਕਰ ਕੀਤਾ, ਕਰਮ ਕਾਂਡ ਦਾ ਜ਼ਿਕਰ ਕਰਕੇ ਇੱਕੋ ਗੱਲ ਦੱਸੀ ਵੀ ਪਰਮਾਤਮਾ ਦਾ ਨਾਮ ਹੀ ਹੈ ਜੋ ਮਨ
ਮਨੋਕਾਮਨਾ ਨੂੰ ਪੂਰੀਆਂ ਕਰਦਾ ਹੈ। ਤੀਰਥਾਂ ਦੇ ਇਸ਼ਨਾਨ ਜਾਂ ਦਿਨ ਰਾਤ ਇਸ ਆਪਣੇ ਸਰੀਰ ਪਵਿੱਤਰ ਕਰਨ ਲਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਦੇਹੀ ਪਵਿੱਤਰ ਨਹੀਂ ਹੋਣੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਮਨੁੱਖ ਸਰੀਰ ਦੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਵਿਕਾਰ ਹਨ ਜਾਂ ਦੁੱਖ ਹਨ ਜਾਂ ਬਿਮਾਰੀਆਂ ਹਨ, ਇਹਨਾਂ ਦਾ ਅਸਲ ਵਿੱਚ ਰੋਗ ਪਰਮਾਤਮਾ ਤੋਂ ਬੇਮੁਖਤਾ ਦੱਸਿਆ ਹੈ। ਇੱਕ ਸ਼ਬਦ ਆਉਂਦਾ ਕਿ ਪਰਮਾਤਮਾ ਦਾ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਇਹ ਸਰੀਰ ਤਾਂ ਸੋਨੇ ਵਰਗਾ ਸ਼ੁੱਧ ਹੈ, ਦੇਹੀ ਤਾਂ ਪਵਿੱਤਰ ਹੈ। ਪਰਮਾਤਮਾ ਰੂਪੀ ਨਿਰਮਲ ਇਸ ਦੇਹੀ ਦੇ ਵਿੱਚ ਹੰਸ ਵਸਦਾ ਹੈ, ਉਹਦੀ ਜੋਤ ਵਸਦੀ ਹੈ। ਮਨੁੱਖ ਨੂੰ ਸਦਾ ਇਸ ਵਾਸਤੇ ਇਹ ਚੇਤਨ ਹੋਣਾ ਚਾਹੀਦਾ ਹੈ ਕਿ ਮੇਰੇ ਅੰਦਰ ਕਰਤੇ ਦੀ ਜੋਤ ਹੈ, ਇਹ ਚੇਤਨ ਹੋਣਾ ਚਾਹੀਦਾ ਹੈ। ਤਾਂ ਮਲਾਰ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਜਿਹਦੇ ਵਿੱਚ ਸਤਿਗੁਰੂ ਲਿਖਦੇ ਨੇ, ਕੰਚਨ ਕਾਇਆ ਨਿਰਮਲ ਹੰਸ। ਇਹ ਸੋਨੇ ਵਰਗੀ ਕਾਇਆ ਦਾ ਵਿੱਚ ਪਰਮਾਤਮਾ ਹੰਸ ਵਰਗਾ, ਹੰਸ ਮਤਲਬ ਪਰਮਾਤਮਾ, ਉਹਦੀ ਜੋਤ ਸਾਡੇ ਅੰਦਰ ਇਸ ਕਾਇਆ ਵਿੱਚ ਹੈ। ਇਹ ਨਿਰਮਲ ਹੀ ਤਾਂ ਹੈ ਜਿਹਦੇ ਚ ਉਹਦੀ ਕਾਇਆ ਦੇ ਚ ਉਹਦੀ ਜੋਤ ਹੈ। ਜਿਸ ਮੈਂ ਨਾਮ ਨਿਰੰਜਨ ਅੰਸ਼, ਦੁੱਖ ਰੋਗ ਸਭ ਗਿਆ ਗਵਾਏ, ਨਾਨਕ ਛੂਟਤ ਸਾਚੇ ਨਾਏ। ਵੀ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਨ ਦੇ ਨਾਲ ਦੁੱਖ ਰੋਗ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ। ਤੋ ਜਦੋਂ ਸਤਿਗੁਰੂ ਜੀ ਨੇ ਇੱਕ ਸ਼ਬਦ ਹੋਰ ਬੜਾ ਮਲਾਰ ਰਾਗ ਦੇ ਵਿੱਚ ਸ਼ਬਦ ਲਿਖਿਆ ਮਿਲਦਾ ਹੈ। ਇਸ ਸ਼ਬਦ ਦੇ ਸ਼ੁਰੂ ਦੇ ਵਿੱਚ, ਜਿੱਚ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਏ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ ਵੀਰ। ਫਿਰ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਰੋਗਾਂ ਦੇ ਕਾਰਨ ਤੇ ਹੈ। ਜੇ ਰੋਗ ਦਾ ਕਾਰਨ ਹੀ ਨਹੀਂ ਪਛਾਣਿਆ, ਰੋਗ ਦਾ ਮੂਲ ਹੀ ਪਤਾ ਨਹੀਂ ਲੱਗਾ, ਤੇ ਰੋਗ ਦਾ ਇਲਾਜ ਕਿਵੇਂ ਹੋਏਗਾ? ਰੋਗ ਦਾ ਇਲਾਜ ਸੀ, ਇਹ ਕਾਰਨ ਸੀ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉਠ ਖਲੋਏ ਰੋਗ। ਇਹ ਕਾਰਨ ਸੀ। ਮਨ ਅੰਧੇ ਕੋ ਮਿਲਿਆ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਕਿਹਦਾ ਦਾਰੂ ਲਾ ਰਹੇ ਆ, ਕਿਹਦੀ ਦਵਾਈਆਂ ਕਰ ਰਹੇ ਆ? ਭੋਲੇ ਵੈਦ। ਰੋਗ ਤਾਂ ਹੋਰ ਹੈ, ਰੋਗ ਦੀ ਪਛਾਣ ਤਾਂ ਹੋਈ ਨਹੀਂ। ਜੇ ਰੋਗ ਦੀ ਪਛਾਣ ਹੀ ਨਹੀਂ ਹੋਈ ਤੇ ਫਿਰ ਰੋਗ ਦਾ ਇਲਾਜ ਕਿਵੇਂ ਹੋਏਗਾ? ਇਹ ਕੰਚਨ ਵਰਗੀ ਕਾਇਆ ਜਿਹਦੇ ਵਿੱਚ ਪਰਮ ਪਿਤਾ ਪਰਮੇਸ਼ਰ ਦੀ ਜੋਤ ਹੈ, ਇਹ ਉਦੋਂ ਅਪਵਿੱਤਰ ਹੁੰਦੀ ਹੈ ਜਦੋਂ ਖਸਮ ਵਿਸਾਰ ਕੀਏ ਰਸ ਭੋਗ ਦੀ ਗੱਲ ਸਾਡੇ ਜ਼ਿੰਦਗੀ 'ਚ ਆ ਜਾਂਦੀ ਹੈ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਇਹ ਗੱਲ ਦੱਸਦੇ ਹਨ ਕਿ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਵੀ ਪ੍ਰਮਾਤਮਾ ਨੇ ਆਪਣੀ ਜੋਤ ਰੱਖੀ ਹੈ ਸਰੀਰ ਦੀ, ਤਾਂ ਤੇਰੀ ਹੋਂਦ ਬਣੀ ਹੈ। ਜੇ ਪਰਮਾਤਮਾ ਜੋਤ ਨਹੀਂ ਰੱਖਦਾ, ਹਰ ਜੋਤ ਰੱਖੀ ਤੋ ਜੋਤ, ਤਾਂ ਤੂੰ ਜਗ ਮੈਂ ਆਇਆ। ਫਿਰ ਗੱਲ ਨੂੰ ਪੱਕਾ ਕੀਤਾ, ਦੁਬਾਰਾ ਕੀਤਾ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ, ਜਗਤੁ ਦਿਖਾਇਆ। ਇਹ ਤਾਂ ਪਰਮਾਤਮਾ ਦੀ ਖੇਡ ਹੈ, ਉਹਨੇ ਬਣਾਇਆ ਹੈ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਆਨੰਦ ਸਾਹਿਬ ਦੀ ਬਾਣੀ ਚ ਅਸੀਂ ਪੜ੍ਹਦੇ ਹਾਂ। ਤੋ ਇਹ ਸਾਰੀ ਗੱਲਬਾਤ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਮਨੁੱਖ ਸਰੀਰ ਨੂੰ ਸੋਹਣਾ ਬਣਾਉਣ ਲਈ ਪਰਮਾਤਮਾ ਨਾਲ ਲਿਵ ਜੋੜਨੀ ਬਹੁਤ ਜ਼ਰੂਰੀ ਹੈ। ਦੇਹੀ ਦੀ ਪਵਿੱਤਰਤਾ ਲਈ ਪਰਮਾਤਮਾ ਨਾਲ ਲਿਵ ਜੋੜਨੀ ਬਹੁਤ ਜ਼ਰੂਰੀ ਹੈ। ਜੋ ਵਿਅਕਤੀ ਇਹ ਆਪਣੀ ਪਰਮਾਤਮਾ ਨਾਲ ਲਿਵ ਨਹੀਂ ਜੋੜਦਾ, ਉਸ ਦਾ ਸਰੀਰ ਆਪਣੇ ਆਪ ਦੇ ਕੰਟਰੋਲ ਤੋਂ, ਕਾਬੂ ਤੋਂ, ਸਵੈ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤੇ ਉਹ ਭਟਕਣ ਲੱਗ ਜਾਂਦਾ ਹੈ। ਉਹ ਆਪਣੀ ਮੰਜ਼ਿਲ ਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਮੰਜ਼ਿਲ ਕੀ ਹੈ। ਉੱਥੇ ਸਿਰਫ ਖਾਣਾ ਪੀਣਾ ਹੱਸਣਾ ਸੁਣਨਾ ਦੀ ਗੱਲ ਰਹਿ ਜਾਂਦੀ ਹੈ। ਤੋ ਸਤਿਗੁਰੂ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਚੀ ਲਿਵੈ ਬਿਨ ਦੇਨ ਮਾਣੀ,
देन मानी लिवे बाजों क्या करे बेचारिया, तुद बाज समरथ कोई नाही, कृपा कर बनवारिया, इस नूं हुण थां नाई, शब्द लाख सवारिया, कहे नानक लिवे बाजों क्या करे बेचारिया। कितना प्यारा बोल है सतगुरु जी का। मनुखी शरीर नाशवान है, कमजोर होने वाला है। एक कंचन वर्गा नरोआ ਜਿਹੜਾ ਹੁੰਦਾ ਜਦੋਂ ਸੰਗਤ ਮਿਲਦੀ ਹੈ, ਇਹ ਕੰਚਨ ਵਰਗਾ ਹੁੰਦਾ ਹੈ। ਪਰ ਇਹ ਸਰੀਰ ਜਿਹੜਾ ਹੈ ਸਦਾ ਰਹਿਣ ਵਾਲਾ ਨਹੀਂ ਹੈ, ਦੇਹ ਸਦਾ ਰਹਿਣ ਵਾਲੀ ਨਹੀਂ ਹੈ। ਇਹ ਪ੍ਰਮਾਤਮਾ ਨੇ ਇਹ ਦੇਹ ਸਾਨੂੰ ਦਿੱਤੀ ਹੈ। ਤਾਂ ਪ੍ਰਮਾਤਮਾ ਦੀ ਦਾਤ ਨੂੰ ਸਾਨੂੰ ਰੱਖਣਾ ਚਾਹੀਦਾ ਸੰਭਾਲ ਕੇ, ਔਰ ਉਸ ਦੇ ਇਸ ਖਿਆਲ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਇਸ ਵਿੱਚ ਕਰਤੇ ਪੁਰਖ ਦੀ ਜੋਤ ਸਾਡੇ ਅੰਦਰ ਵਸੀ ਹੋਈ ਹੈ। ਦੇਹੀ ਜੋ ਸ਼ਬਦ ਇਸਤੇਮਾਲ ਹੋਇਆ ਉਹ ਇਸ ਪਰਥਾਏ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਕੀਤਾ ਗਿਆ ਕਿ ਤੇਰੀ ਹੋਂਦ, ਇਹ ਦੇਹੀ ਦੀ ਹੋਂਦ ਪਰਮ ਪਿਤਾ ਪਰਮੇਸ਼ਰ ਦੀ ਜੋਤ ਕਰਕੇ ਬਣੀ ਹੈ, ਤੇ ਉਸ ਜੋਤ ਦਾ ਨਿੱਘ ਹਰ ਵੇਲੇ ਮਾਨ ਆਪਣੇ ਆਪ 'ਚ ਮਹਿਸੂਸ ਕਰ। ਇਹ ਬੰਦਿਆ, ਜਦੋਂ ਤੂੰ ਆਪਣੇ ਅੰਦਰ ਉਹ ਪ੍ਰਮਾਤਮਾ ਦੀ ਵਸਦੀ ਹੋਈ ਜੋਤ ਦਾ ਅਹਿਸਾਸ ਕਰ ਲੇਗਾ, ਫਿਰ ਇਸ ਦੇਹੀ ਨੂੰ ਕੋਈ ਅਪਵਿੱਤਰ ਨਹੀਂ ਕਰ ਸਕਦਾ, ਕਿਉਂਕਿ ਇਹ ਵਿਕਾਰਾਂ ਵਾਲੇ ਪਾਸੇ ਜਾ ਹੀ ਨਹੀਂ ਸਕਦੀ। ਇੱਥੇ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਸਾਨੂੰ ਦਿੱਤਾ ਉਹ ਇਹ ਹੈ। ਅੱਗੇ ਸ਼ਬਦ ਜਿਹੜੇ ਸ਼ੁਰੂ ਹੁੰਦੇ ਨੇ ਉਹ ਦੱਦੇ ਤੋਂ ਬਾਅਦ ਤੱਤਾ ਲਫ਼ਜ਼ ਜਿਹੜਾ ਸ਼ੁਰੂ ਹੁੰਦਾ ਹੈ। ਹਾਲਾਂਕਿ ਇੱਕ ਲਫ਼ਜ਼ ਹੋਰ ਦੱਦੇ ਦੇ ਉੱਤੇ ਆਉਂਦਾ ਹੈ, ਦੂਜਾ ਲਫ਼ਜ਼ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ। ਦੂਜੇ ਲਫ਼ਜ਼ ਦੀ ਥੋੜੀ ਜਿਹੀ ਗੱਲ ਮੈਂ ਕਰ ਹੀ ਲਵਾਂ ਕਿ ਗੁਰਬਾਣੀ 'ਚ ਕੇਵਲ ਪ੍ਰਭੂ ਨੂੰ ਆਪਣਾ ਘਰ ਆਵਰ ਮੰਨਿਆ ਹੈ, ਪ੍ਰਭੂ ਨੂੰ, ਅਤੇ ਪ੍ਰਭੂ ਨੂੰ ਛੱਡ ਕੇ ਦੁਨੀਆ ਦੇ ਹੋਰ ਸਾਰੇ ਪਦਾਰਥਾਂ ਨੂੰ ਦੂਜਾ ਲਫ਼ਜ਼ ਕਿਹਾ ਹੈ, ਅਦਰਸ, ਜਿਹਨੂੰ ਅਸੀਂ ਅਦਰ ਕਹਿ ਦਿੰਦੇ ਹਾਂ। ਇਹ ਦੂਜਾ ਜਿਹੜਾ ਅਦਰ ਦੀ ਸ਼੍ਰੇਣੀ 'ਚ ਆਉਂਦੇ ਨੇ। ਫਿਰ ਦੁਬਾਰਾ ਗੱਲ ਕਰ ਰਿਹਾ, ਗੁਰਬਾਣੀ ਵਿੱਚ ਕੇਵਲ ਪ੍ਰਭੂ ਨੂੰ ਆਪਣਾ ਮੰਨਿਆ ਹੈ, ਤੇ ਪ੍ਰਭੂ ਨੂੰ ਛੱਡ ਕੇ ਦੁਨੀਆ ਦੇ ਹੋਰ ਸਾਰੇ ਪਦਾਰਥ, ਚਸਕੇ, ਰਸ, ਇਹ ਸਾਰੇ ਦੂਜੇ ਦੇ ਵਿੱਚ ਆਉਂਦੇ ਹਨ। ਮੈਂ ਅਤੇ ਤੂੰ, ਇਸ ਰਿਸ਼ਤੇ ਨੂੰ ਗੁਰਬਾਣੀ 'ਚ ਬਹੁਤ ਹੀ ਪੱਕੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਮੈਂ ਤੇ ਤੂੰ, ਬਾਰ-ਬਾਰ ਗੁਰਬਾਣੀ ਵਿੱਚ ਇਹ ਵਿਆਖਿਆ, ਇਹ ਵਿਚਾਰ ਕੀਤੇ ਗਏ ਹਨ, ਇਹ ਦਿੱਤੇ ਗਏ ਹਨ ਕਿ ਪ੍ਰਭੂ ਨੂੰ ਛੱਡ ਕੇ ਕਿਸੇ ਦੂਜੇ ਨਾਲ ਪ੍ਰੇਮ ਪਾਉਣ ਵਾਲਾ ਵਿਅਕਤੀ ਹਮੇਸ਼ਾ ਹੀ ਖੁਆਰ ਹੁੰਦਾ ਹੈ। ਬਾਰ-ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵਿਚਾਰ ਜਿਹੜੀ ਹੈ ਇਹ ਆਉਂਦੀ ਹੈ ਕਿ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਨਾਲ ਪਿਆਰ ਪਾਉਣ ਵਾਲਾ, ਦੂਜੇ ਨਾਲ ਪਿਆਰ ਕਰਨ ਵਾਲਾ ਜਿਹੜਾ ਹੈ ਉਹ ਖੁਆਰ ਹੁੰਦਾ ਹੈ, ਤੇ ਉਹ ਖੁਆਰ ਹੋਣ ਵਾਲਾ ਮਨੁੱਖ ਆਪਣੇ ਜੀਵਨ ਮਨੋਰਥ ਵਿੱਚ ਕਦੀ ਸਫਲਤਾ ਹਾਸਲ ਨਹੀਂ ਕਰ ਸਕਦਾ, ਨਾ ਹੀ ਪਾ ਸਕਿਆ ਨਾ ਪਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਰਾਹੀਂ ਇਹ ਗੱਲ ਸਮਝਾਈ ਕਿ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਪਿਆਰ ਕਰਨ ਵਾਲਾ ਵਿਅਕਤੀ ਸਦਾ ਹੀ ਘਾਟੇ ਵਿੱਚ ਰਹਿੰਦਾ ਹੈ। ਸੱਚਾ ਵਖਰ ਨਾਮ ਹੈ ਸੱਚਾ ਵਪਾਰਾ, ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ, ਦੂਜੇ ਭਾਏ ਕਾਰ ਕਮਾਵਨੀ ਨਿਤ ਟੋਟਾ ਸੰਸਾਰਾ। ਦੂਜੇ ਭਾਏ, ਪਰਮਾਤਮਾ ਨੂੰ ਛੱਡ ਕੇ ਦੂਜੇ ਭਾਅ ਦੀਆਂ ਗੱਲਾਂ ਕਰਨੀਆਂ। ਜਿਹੜੇ ਲੋਕ ਦੂਜੀ ਪਦਾਰਥਾਂ ਦੀ ਖਿੱਚ ਵਿੱਚ ਫਸ ਕੇ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਨ, ਇੱਕ ਪਰਮਾਤਮਾ ਦੀ ਬਜਾਏ ਦੂਜੇ ਨੂੰ ਪੂਜਣ ਲੱਗ ਪੈਂਦੇ ਹਨ ਜਾਂ ਦੂਜੇ ਦੇ ਮਗਰ ਲੱਗ ਤੁਰਦੇ ਹਨ, ਅਜਿਹੇ ਲੋਕਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਰੋੜਾਂ ਸਜ਼ਾਵਾਂ ਜਿਹੜੀਆਂ ਮਿਲਦੀਆਂ ਹਨ। ਮਨ ਬੇਕਾਰੀ ਬੇੜਿਆ ਬੇਕਾਰਾ ਕਰਮ ਕਮਾਏ, ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ, ਆਤਮ ਦੇਉ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵੀ ਜੋ ਹਰ ਭਾਵੇ ਸੋ ਥਾਂ ਪਾਏ। ਸਤਿਗੁਰੂ ਜੀ ਦਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਬਚਨ ਸ਼੍ਰੀ ਰਾਗ ਦੇ ਵਿੱਚ ਆਉਂਦਾ ਹੈ।
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜੇ ਭਾਈ ਦੀ ਜਦੋਂ ਗੱਲ ਕੀਤੀ ਹੈ ਕਿ ਮਨੁੱਖ ਜਦੋਂ ਦੂਜੇ ਭਾਈ ਵਿੱਚ ਫਸਦਾ ਤਾਂ ਫਿਰ ਈਰਖਾ, ਵੈਰ ਵਿਰੋਧ ਇਹਦੇ ਅੰਦਰ ਜਨਮ ਲੈਂਦੇ ਹਨ, ਦੁਆਖ ਜਨਮ ਲੈਂਦੀ ਹੈ। ਇਹਦੇ ਜਨਮ ਲੈਣ ਦੇ ਨਾਲ ਮਨੁੱਖ ਜਿਹੜਾ ਹੈ ਇਹ ਜ਼ਿੰਦਗੀ ਨੂੰ ਦੁੱਖਾਂ ਤੇ ਕਲੇਸ਼ਾਂ ਵਿੱਚ ਪਾ ਲੈਂਦਾ ਹੈ। ਜਿਹੜੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਲੋਕ ਨੇ ਉਹ ਦੁਆਖ ਭਾਵ ਤੋਂ, ਦੂਜੇ ਭਾਵ ਤੋਂ ਦੂਰ ਰਹਿੰਦੇ ਹਨ। ਪਰ ਮਨਮੁਖ ਜਿਹੜੇ ਲੋਕੀ ਨੇ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਲੋਕੀ ਨੇ, ਉਹਨਾਂ ਨੂੰ ਵਿਕਾਰਾਂ ਦੀ ਖਿੱਚ ਦੇ ਕਾਰਨ ਉਹ ਹਮੇਸ਼ਾ ਹੀ ਪਰਮਾਤਮਾ ਤੋਂ ਦੂਰੀ ਬਣਾ ਲੈਂਦੇ ਹਨ। ਉਹਨਾਂ ਨੂੰ ਫਿਰ ਉਹ ਖਿੱਚ ਕਦੀ ਵੀ ਆਰਾਮ ਨਾਲ, ਚੈਨ ਨਾਲ ਟਿਕਣ ਨਹੀਂ ਦਿੰਦੀ, ਅੰਦਰ ਸਹਿਜ ਨਹੀਂ ਆਉਂਦਾ, ਟਿਕਾਉ ਨਹੀਂ ਆਉਂਦਾ। ਉਹਨਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਅੰਤਮ ਸਮੇਂ ਕੇਵਲ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਂਦਾ ਹੈ, ਹੋਰ ਕੁਝ ਵੀ ਨਾਲ ਨਹੀਂ ਜਾਂਦਾ। ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋ ਹੈ ਜੀਓ, ਧਨਾਸਰੀ ਰਾਗ ਦਾ ਸ਼ਬਦ ਆਉਂਦਾ ਹੈ ਜਿਹਦੇ 'ਚ ਚੌਥਾ ਅੰਕ ਹੈ ਸ਼ਬਦ ਦਾ, 4 ਅੰਕਾਂ ਦਾ ਸ਼ਬਦ ਹੈ ਤੇ ਉੱਤੇ ਚੌਥਾ ਇੱਕ ਆਉਂਦਾ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋ ਹੈ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ। ਉਹ ਮਾਇਆ ਦੀ ਖੇਡਾਂ ਖੇਡਦਾ। ਅਖੀਰ ਤੇ ਜਾ ਕੇ ਸਤਿਗੁਰੂ ਕਹਿੰਦੇ ਬਿਨ ਨਾਮੇ ਕੋ ਸਾਥ ਨਾ ਚਾਲੇ, ਪੁੱਤਰ ਕਲਤਰ ਮਾਇਆ ਧੋਇਆ, ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋ ਹੈ ਜੀ। ਤੋ ਇਹ ਸਤਿਗੁਰੂ ਜੀ ਨੇ ਦੂਜੇ ਲਫ਼ਜ਼ ਦੀ ਜਿਹੜੀ ਗੱਲਬਾਤ ਸਾਨੂੰ ਸਮਝਾਈ ਹੈ, ਦੂਜਾ ਲਫ਼ਜ਼ ਜਿਹੜਾ ਹੈ ਉਹ ਇਸ ਢੰਗ ਨਾਲ ਗੁਰਬਾਣੀ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੂਜੇ ਪ੍ਰਤੀ ਪ੍ਰੇਮ ਨੂੰ ਝੂਠਾ ਕਿਹਾ ਗਿਆ ਹੈ ਜਾਂ ਮਿੱਥਿਆ ਮੰਨਿਆ ਗਿਆ ਹੈ। ਕੇਵਲ ਪ੍ਰਭੂ ਨੂੰ ਹੀ ਪਹਿਲਾ, ਮੁੱਢਲਾ ਜਾਂ ਆਖਰੀ ਵੀ ਕਹਿ ਸਕਦਾ ਹਾਂ। ਪਹਿਲਾ ਵੀ, ਮੁੱਢਲਾ ਵੀ ਤੇ ਆਖਰੀ ਵੀ ਇਹ ਦਰਸਾਇਆ ਗਿਆ ਹੈ ਸੇ ਜੀਵਨ ਦੇ ਵਿੱਚ ਇਨਸਾਨ ਦੇ। ਗੁਰਬਾਣੀ ਦੇ ਅਨੁਸਾਰ ਪਹਿਲੇ ਪ੍ਰਮਾਤਮਾ ਨਾਲ ਪ੍ਰੇਮ ਕਰਨ ਲਈ ਸਤਿਗੁਰੂ ਜੀ ਦੀ ਗੁਰਪ੍ਰਸਾਦ ਹੋਣਾ ਵੀ ਬੜਾ ਜ਼ਰੂਰੀ ਹੈ। ਇਸ ਵਾਸਤੇ ਗੁਰੂ ਦੀ ਸ਼ਰਨ ਪੈਣਾ ਤੇ ਗੁਰੂ ਦੀ ਸ਼ਰਨ ਪੈ ਕੇ ਪਰਮ ਪਿਤਾ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਇਹ ਗੁਰੂ ਨਾਨਕ ਦੀ ਫਿਲਾਸਫੀ ਹੈ ਜਾਂ ਸਿੱਖੀ ਦਾ ਮਾਰਗ ਹੈ। ਦੂਜੇ ਭਾਏ ਜਨਮ ਨੂੰ ਗਵਾ ਲੈਣਾ ਇਹ ਸਿੱਖੀ ਦੀ ਸੇਧ ਨਹੀਂ ਹੈ। ਪਦਾਰਥ ਹਨ ਇਨਸਾਨ ਦੇ ਵਰਤਣ ਲਈ, ਪਰ ਪਦਾਰਥ ਸੰਸਾਰ ਦੀ ਇਨਸਾਨ ਦੀ ਮੰਜ਼ਿਲ ਨਹੀਂ ਹੈ। ਮੰਜ਼ਿਲ ਜੋਤ, ਪਰਮ ਜੋਤ ਵਿੱਚ ਅਭੇਦ ਕਰਨਾ ਹੈ। ਜਦੋਂ ਤੱਕ ਇਹ ਜੋਤ ਉਸ ਤੋਂ ਵੱਖਰੀ ਰਹਿੰਦੀ ਹੈ, ਆਪਣੇ ਆਪ ਨੂੰ ਵੱਖਰਾ ਬਣਾ ਲੈਂਦੀ ਹੈ, ਉਦੋਂ ਤੱਕ ਇਹ ਦੁੱਖਾਂ, ਦਰਦ, ਕਲੇਸ਼ਾਂ ਵਿੱਚ ਪੈਂਦੀ ਹੈ। ਜਦੋਂ ਇਹ ਸਮਝ ਆ ਜਾਂਦੀ ਹੈ ਕਿ ਮੇਰੇ ਅੰਦਰ ਪਰਮ ਪਿਤਾ ਪਰਮੇਸ਼ਰ ਦੀ ਜੋਤ ਹੈ ਤੇ ਇਹ ਦੂਜੀਆਂ ਚੀਜ਼ਾਂ ਜਿਹੜੀਆਂ ਹਨ, ਜਿਹੜੀਆਂ ਮੈਨੂੰ ਉਹ ਤੋਂ ਦੂਰ ਕਰਦੀਆਂ ਨੇ, ਇਹਨਾਂ ਤੋਂ ਬਚ ਕੇ ਜ਼ਿੰਦਗੀ ਨੂੰ ਜਿਉਣਾ ਹੈ, ਉਦੋਂ ਅੰਦਰ ਆਨੰਦ ਬਣਦਾ ਹੈ, ਸਹਿਜ ਬਣਦਾ ਹੈ, ਅੰਦਰ ਪ੍ਰੇਮ ਵਿੱਚ ਭਿੱਜਦਾ ਹੈ। ਫਿਰ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਇਹ ਦੂਜੇ ਭਾਏ ਤੋਂ ਛੁਟਕਾਰਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਮਿਲਦਾ ਹੈ, ਗੁਰੂ ਵਾਲੇ ਬਣ ਕੇ ਮਿਲਦਾ ਹੈ। ਗੁਰੂ ਕਿਰਪਾ ਕਰੇ ਦੂਜੇ ਭਾਏ ਤੋਂ ਬਚਾ ਕੇ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਏ, ਤਦ ਕਿ ਸਾਡਾ ਵੀ ਸੰਸਾਰ ਤੇ ਆਇਆ ਹੋਇਆ ਪ੍ਰਵਾਨ ਹੋ ਸਕੇ। ਇੰਨੇ ਕੁ ਬੋਲ ਅੱਜ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ 2 ਹੱਥ ਜੋੜ ਕੇ ਖਿਮਾ ਮੰਗਦਾ ਹਾਂ। ਇਸ ਤੋਂ ਅੱਗੇ ਤੱਦੇ ਅੱਖਰਾਂ ਦੀ ਵਿਚਾਰ ਅਸੀਂ ਅਗਲੇ ਹਫ਼ਤੇ ਤੋਂ ਆਪ ਜੀ ਦੇ ਨਾਲ ਆਰੰਭ ਕਰਾਂਗੇ। ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।